MLA ਖੰਡੂਰ ਸਾਹਿਬ ਉਹਨਾਂ ਦੇ ਵੱਲੋਂ SSP ਤਰਨਤਾਰਨ ਨੂੰ ਸਖਤ ਸ਼ਬਦਾਂ ਦੇ ਵਿੱਚ ਸਿੱਧੀ ਚੇਤਾਵਨੀ ਆਪਣੇ ਸੋਸ਼ਲ ਅਕਾਊਂਟ ਦੇ ਉੱਪਰ। ਇਹ ਜਿਹੜੀ MLA ਸਾਹਿਬ ਨੇ ਇਹ ਜਿਹੜੀ ਪੋਸਟ ਪਾਈ ਆ ਫੇਸਬੁੱਕ ਦੇ ਉੱਪਰ, ਜਿਹਨੂੰ ਤੁਸੀਂ ਚੇਤਾਵਨੀ ਕਹਿ ਰਹੇ ਹੋ, ਚੇਤਾਵਨੀ ਨਹੀਂ, ਇੱਕ ਧਮਕੀ ਦੇ ਰੂਪ ਦੇ ਵਿੱਚ ਲਈ ਜਾ ਸਕਦੀ ਹੈ। ਇਹਨੂੰ ਮੈਂ ਧਮਕੀ ਹੀ ਕਹੂੰਗਾ। ਸ਼ਬਦਾਵਲੀ ਨੂੰ ਮੈਂ MLA ਦੀ ਨੂੰ ਗੁੰਡਾ ਰੂਪੀ ਸ਼ਬਦਾਵਲੀ ਇੱਕ ਤਰੀਕੇ ਦੇ ਨਾਲ ਕਹੂੰਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਧਮਕਾਇਆ ਜਾ ਰਿਹਾ SSP ਨੂੰ, ਜੇ ਜ਼ਿਲ੍ਹੇ ਦੇ SSP ਨੂੰ ਇਸ ਤਰੀਕੇ ਦੇ ਨਾਲ MLA ਦੇ ਵੱਲੋਂ ਧਮਕਾਇਆ ਜਾ ਰਿਹਾ ਤਾਂ ਫਿਰ ਆਮ ਲੋਕਾਂ ਦਾ ਇਹ ਕੀ ਕਰਦੇ ਹੋਣਗੇ। ਇੱਕ ਥਾਣੇਦਾਰ ਦੇ ਚਪੇੜਾਂ ਮਾਰਦੀਆਂ, ਇੱਕ ਪੱਤਰਕਾਰ ਦੇ ਚਪੇੜਾਂ ਮਾਰਦੀਆਂ, ਇਹ ਆਮ ਬੰਦੇ ਦਾ ਜਿਹੜਾ ਉਹ ਕੀ ਕਰਦੇ ਹੋਣਗੇ। ਕਿਹਾ ਜਾ ਰਿਹਾ ਕਿ ਉਹਨਾਂ ਦੇ ਜਿਹੜੇ ਭਣਵਈਏ ਸਾਹਿਬ ਨੇ MLA ਸਾਹਿਬ ਦੇ, ਉਹਨਾਂ ਦੇ ਵੱਲੋਂ ਉੱਥੇ ਮਾਈਨਿੰਗ ਕੀਤੀ ਜਾ ਰਹੀ ਸੀ ਔਰ ਕਿਸੇ ਨੇ ਇਤਲਾਹ ਦਿੱਤੀ ਔਰ ਪੁਲਿਸ ਉੱਥੇ ਕਹਿੰਦੇ ਗਈ। ਪੁਲਿਸ ਉੱਥੇ ਗਈ ਤੇ ਉਹਨਾਂ ਨੇ ਉੱਥੋਂ ਮੌਕੇ ਤੋਂ ਟਿੱਪਰ ਵਗੈਰਾ ਹੋਰ ਸਮਾਨ ਵਗੈਰਾ ਮਾਈਨਿੰਗ ਵਾਲਾ ਜਿਹੜਾ ਉਹ ਫੜਿਆ। ਫੜਨ ਤੋਂ ਬਾਅਦ ਜਿਹੜਾ ਉਹ ਪਰਚਾ ਦਿੱਤਾ ਔਰ ਸੀਨੀਅਰ ਅਫਸਰਾਂ ਦੇ ਕਹਿੰਦੇ ਧਿਆਨ ਦੇ ਵਿੱਚ ਇਹ ਸਾਰਾ ਕੁਝ ਹੈ ਨਾ। ਉਸ ਤੋਂ ਬਾਅਦ MLA ਸਾਹਿਬ ਜਿਹੜਾ ਉਹ ਭੜਕ ਗਏ ਨੇ। ਔਰ ਦੂਜੇ ਪਾਸੇ ਭਗਵੰਤ ਮਾਨ ਸਾਹਿਬ ਨੂੰ ਵੀ ਇਸ ਚੀਜ਼ ਤੇ ਜਿਹੜਾ ਉਹ ਸਖਤ ਕਾਰਵਾਈ ਜਿਹੜੀ ਉਹ ਕਰਨੀ ਚਾਹੀਦੀ ਹੈ ਕਿ ਭਾਈ ਜੇ ਕੋਈ ਅਫਸਰ ਇੱਕ ਵਧੀਆ ਕੰਮ ਕਰਦਾ ਹੈ, ਜੇ ਉਹਨੇ ਨਹੀਂ MLA ਦਾ ਕੋਈ ਰਿਸ਼ਤੇਦਾਰ ਬਖਸ਼ਿਆ, ਮੌਕੇ ਤੋਂ ਗਲਤ ਕੰਮ ਕਰਦਾ ਫੜ ਲਿਆ, ਤਾਂ ਫਿਰ ਗਲਤ ਇਹਦੇ ਵਿੱਚ ਗੱਲ ਕੀ ਹੈਗੀ ਆ। ਕਿ ਉਹ ਗੱਲ ਇਹ ਕਹਿ ਰਹੇ ਆ ਕਿ ਭਾਈ ਪੁਲਿਸ ਜਿਹੜੀ ਹੈ ਉਹ ਇੱਥੇ ਤਰਨਤਾਰਨ ਦੇ ਵਿੱਚ ਬਿਨਾਂ ਪੈਸੇ ਲਏ ਕੰਮ ਨਹੀਂ ਕਰਦੀ। ਸਰਕਾਰ ਤੁਹਾਡੀ ਹੈ ਤਾਂ ਫਿਰ ਕਸੂਰ ਕਿਹਦਾ ਹੈ, MLA ਸਾਹਿਬ ਨੂੰ ਦੱਸਣਾ ਚਾਹੀਦਾ। ਔਰ ਜਿਹੜੇ ਬੰਦਿਆਂ ਤੋਂ ਪੁਲਿਸ ਨੇ ਪੈਸੇ ਲਏ ਆ ਉਹ ਬੰਦਿਆਂ ਨੂੰ ਅੱਗੇ ਕਰਕੇ ਸ਼ਿਕਾਇਤ ਕਰੋ। ਭਗਵੰਤ ਮਾਨ ਸਾਹਿਬ ਨੇ ਟੋਲ ਫ੍ਰੀ ਨੰਬਰ ਦਿੱਤਾ ਹੋਇਆ, ਉੱਤੇ ਸ਼ਿਕਾਇਤ ਕਰੋ। ਫਿਰ ਜਾਂਚ ਕਰਾ ਕੇ ਜਿਹੜੇ ਪੈਸੇ ਲੈਂਦੇ ਆ, ਚਾਹੇ ਪੁਲਿਸ ਵਾਲਾ ਜਿਹੜਾ ਮਰਜ਼ੀ ਉਹਨੂੰ ਟੰਗੋ। ਔਰ ਦੂਜੇ ਪਾਸੇ SSP ਇਹ ਗੱਲ ਕਹਿ ਰਿਹਾ ਕਿ ਭਾਈ ਮੈਂ ਜਿਹੜੀ ਕਾਰਵਾਈ ਕੀਤੀ ਹੈ ਬਿਲਕੁਲ ਸਹੀ ਕੀਤੀ ਹੈ। ਜਿੱਥੇ ਮਰਜ਼ੀ ਮੇਰੀ ਸ਼ਿਕਾਇਤ ਕਰ ਦੇਣ ਜਾ ਕੇ, ਜਿੱਥੋਂ ਮੇਰੀ ਜਾਂਚ ਕਰਾਉਣੀ ਆ ਉਹ ਮੇਰੀ ਜਾਂਚ ਕਰਾ ਲੈਣ, ਮੈਨੂੰ ਕੋਈ ਦਿੱਕਤ ਨਹੀਂ। ਮੈਂ ਸਹੀ ਕੰਮ ਜਿਹੜਾ ਉਹ ਕੀਤਾ ਹੈਗਾ। ਤੇ SSP ਜਿਹੜੇ ਗੁਰਮੀਤ ਚੌਹਾਨ ਨੇ ਉਹਨਾਂ ਦੇ ਬਾਰੇ ਕਹਿੰਦੇ ਚੰਗੀ ਛਵੀ ਹੈ ਉਹਨਾਂ ਦੀ ਔਰ ਚੰਗਾ ਕੰਮਕਾਜ ਜਿਹੜਾ ਉਹ ਕਰਦੇ ਰਹੇ ਆ। ਗੈਂਗਸਟਰਵਾਦ ਦੇ ਖਿਲਾਫ ਵੀ ਜਿਹੜੀਆਂ ਉਹਨਾਂ ਦੀਆਂ ਚੰਗੀਆਂ ਕਾਰਵਾਈਆਂ ਉਹ ਹੈਗੀਆਂ ਨੇ। ਮੈਨੂੰ ਇੰਝ ਲੱਗਦਾ ਕਿ ਜੇ ਤੁਸੀਂ ਪਿਛਲੀਆਂ ਕੋਈ ਪੋਸਟਾਂ ਵੀ ਪੜ੍ਹਦੇ ਹੋ ਨਾ MLA ਸਾਹਿਬ ਦੀਆਂ, ਤਾਂ ਮੈਨੂੰ ਲੱਗਦਾ ਕਿ ਉਹਦੇ ਵਿੱਚ ਇੱਕ ਉਹ MLA ਬਣਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਪਿਛਲੀਆਂ ਅਕਾਲੀ ਕਾਂਗਰਸ ਦੀਆਂ ਸਰਕਾਰਾਂ ਮੌਕੇ MLA ਹੁੰਦੇ ਸੀਗੇ, ਜਿਹੜੇ ਆਪਦੇ ਆਪ ਨੂੰ ਲੋਕਾਂ ਦੇ ਵਿੱਚ ਘੈਂਟ ਬਣਦੇ ਹੁੰਦੇ ਸੀਗੇ, ਜਿਹੜੇ ਅਫਸਰਾਂ ਨੂੰ ਪੁੱਠਾ ਬੋਲਦੇ ਹੁੰਦੇ ਸੀਗੇ, ਜਿਹੜੇ ਦਿਖਾਉਂਦੇ ਹੁੰਦੇ ਸੀ ਕਿ ਅਸੀਂ ਅਫਸਰਾਂ ਤੋਂ ਡੰਡੇ ਦੇ ਜ਼ੋਰ ਤੇ ਕੰਮ ਕਰਾਉਂਦੇ ਆ। ਮੈਨੂੰ ਲੱਗਦਾ ਕਿ ਇਹ ਸਾਰੇ ਹੀ ਕਾਰਵਾਈ ਦੇ ਉੱਪਰ, MLA ਦੀ ਕਾਰਵਾਈ ਦੇ ਉੱਪਰ, SSP ਦੀ ਕਾਰਵਾਈ ਦੇ ਉੱਪਰ ਮੁੱਖ ਮੰਤਰੀ ਨੂੰ ਸਖਤ ਸਟੈਂਡ ਲੈਣਾ ਚਾਹੀਦਾ। ਕਿਉਂਕਿ ਮੁੱਖ ਮੰਤਰੀ ਗ੍ਰਹਿ ਮੰਤਰੀ ਨੇ ਔਰ ਗ੍ਰਹਿ ਮੰਤਰੀ ਹੁੰਦਿਆਂ ਜੇ SSP ਦੇ ਉੱਪਰ ਤੁਹਾਡਾ MLA ਜਿਹੜਾ ਸਵਾਲ ਚੁੱਕ ਰਿਹਾ ਤਾਂ ਉਹਦੇ ਤੇ ਕੋਈ ਨਾ ਕੋਈ ਜਿਹੜਾ ਤੁਹਾਨੂੰ ਸਟੈਂਡ ਲੈਣਾ ਚਾਹੀਦਾ ਔਰ ਉਹਦੀ ਘੋਖ ਪੜਤਾਲ ਜਿਹੜੀ ਉਹ ਕਰਨੀ ਚਾਹੀਦੀ ਹੈ। ਔਰ ਦੂਜੇ ਪਾਸੇ ਜੇ ਤੁਹਾਡਾ SSP ਸਹੀ ਹੈ ਤਾਂ ਫਿਰ MLA ਦੀ ਕਾਰਵਾਈ ਜਿਹੜੀ ਉਹ 'ਤੇ ਕਰਨੀ ਚਾਹੀਦੀ ਹੈ ਔਰ MLA ਦੀ ਵੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ। ਕਿਉਂਕਿ ਦੋਵੇਂ ਹੀ ਮੁੱਖ ਮੰਤਰੀ ਦੇ ਅੰਡਰ ਆਉਂਦੇ ਹੈਗੇ ਆ। ਭਗਵੰਤ ਮਾਨ ਦੇ ਦੋਵੇਂ ਹੀ ਅੰਡਰ ਆਉਂਦੇ ਆ। MLA ਤਾਂ ਉਹਦੇ ਅੰਡਰ ਹੈ ਹੀ ਹੈ, ਦੂਜੇ ਪਾਸੇ ਭਗਵੰਤ ਮਾਨ ਗ੍ਰਹਿ ਮੰਤਰੀ ਨੇ, SSP ਵੀ ਉਹਦੇ ਜਿਹੜਾ ਅੰਡਰ ਹੈਗਾ। ਦੇਖੋ ਪੁਲਿਸ ਨੂੰ ਬਹੁਤ ਸਾਰੇ ਲੋਕ ਜਿਹੜਾ ਉਹ ਮਾੜਾ ਕਹਿੰਦੇ ਆ ਔਰ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਹੈਗੀਆਂ ਵੀ ਨੇ ਔਰ ਕਈ ਕਾਲੀਆਂ ਭੇਡਾਂ ਦੇ ਖਿਲਾਫ ਸਾਡੇ ਕੋਲ ਸਬੂਤ ਵੀ ਹੈਗੇ ਆ, ਜਿਹੜੇ ਸਾਨੂੰ ਵੀ ਖਬਰਾਂ ਲਾਉਣ ਦੇ ਕਰਕੇ ਤੰਗ ਪਰੇਸ਼ਾਨ ਜਿਹੜੇ ਉਹ ਕਰਦੇ। ਉਹਨਾਂ ਸੁਗਾਬ ਸਬੂਤ ਰੱਖੇ ਹੋਏ ਆ, ਜਦੋਂ ਲੋੜ ਪਊਗੀ ਅਸੀਂ ਕੱਢ ਕੇ ਦੇਵਾਂਗੇ। ਔਰ ਉਹ SSP ਤੱਕ ਦੀਆਂ ਪੋਸਟਾਂ 'ਤੇ ਬੈਠੇ ਹੋਏ ਆ ਜਿਹੜੇ ਬੰਦੇ ਹੈਗੇ ਆ ਕਾਲੀਆਂ ਭੇਡਾਂ। ਸਿੱਧੂ ਸਾਹਿਬ ਇੱਕ ਉਹਨਾਂ ਦੀ ਵਰਡਿੰਗ ਹੈਗੀ, ਮੈਂ ਪੋਸਟ ਦੇਖੀ ਸੀ, ਉਹਦੇ ਵਿੱਚੋਂ ਕਹਿ ਰਹੇ ਨੇ ਵੀ ਭਾਈ ਤੂੰ ਆਪਣੀ ਕੁਰਸੀ ਨੂੰ ਲਾਂਭੇ ਕਰ ਜਰਾ। ਮੈਂ ਕੁਰਸੀ ਲਾਂਭੇ ਕਰਦਾ, ਤੂੰ ਆਪਣੀ ਵਰਦੀ ਲਾਂਭੇ ਕਰ, ਫਿਰ ਦੇਖਦੇ ਆ ਇਹਦਾ ਕੀ ਮਤਲਬ ਹੈ। MLA ਸਾਹਿਬ ਨੂੰ ਇਹ ਗੱਲ ਦਾ ਨਹੀਂ ਪਤਾ ਵੀ ਇਹ ਜਿਹੜੀ ਧਮਕੀ ਦਿੱਤੀ ਹੈ ਪਰਚਾ ਇਹਦਾ ਵੀ ਬਣ ਜਾਣਾ ਵਾ। ਬਾਅਦ ਚੋਂ MLA ਸਾਹਿਬ ਨੇ ਤਾਂ ਠਾ ਝਾਕਣਾ। ਚੁਣੇ ਹੋਏ ਬੰਦੇ ਹੋ ਤੁਸੀਂ, ਕਾਨੂੰਨ ਦੇ ਘਾੜੇ ਹੁੰਦੇ MLA, ਕਾਨੂੰਨ ਦੇ ਘਾੜੇ, ਤੇ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਾਉਣੀ ਚਾਹੀਦੀ ਹੈ, ਚਾਹੇ ਉਹ ਕਿਸੇ ਹੋਰ ਤੇ ਕਰਾਉਣੀ ਹੈ, ਚਾਹੇ ਉਹ ਪੁਲਿਸ ਤੇ ਕਰਾਉਣੀ ਹੈ। ਤੇ ਜੇ ਖੁਦ ਹੀ ਗੁੰਡਾਗਰਦੀ ਕਰਨ ਲੱਗ ਜਾਣਗੇ MLA ਇਸ ਤਰੀਕੇ ਦੇ ਨਾਲ ਕਿ ਵਰਦੀ ਲਾ ਦੇ, ਮੈਂ MLA ਦੀ ਕੁਰਸੀ ਜੇ ਸਾਈਡ ਤੇ ਰੱਖਣੀ ਸੀ, MLA ਬਣਿਆ ਕਾਹਦੇ ਲਈ ਸੀ? ਫਿਰ ਗੁੰਡਾਗਰਦੀ ਆਈ ਪੁਲਿਸ ਨੂੰ ਠੀਕ ਕਰ ਲੈਂਦਾ। MLA ਸਾਹਿਬ ਇਸ ਤਰੀਕੇ ਨਾਲ ਹੀ ਠੀਕ ਕਰ ਲੈਂਦੇ। ਫਿਰ ਮੰਤਰੀ ਨੂੰ ਜਿਹੜਾ ਇਸ ਤੇ ਮੈਨੂੰ ਲੱਗਦਾ ਕਿ ਪੂਰਾ ਸਟੈਂਡ ਲੈਣਾ ਚਾਹੀਦਾ ਹੈ, ਕਿਉਂਕਿ ਇਹਦੇ ਨਾਲ ਜਿਹੜੀ ਸਰਕਾਰ ਦੀ ਔਰ ਮੁੱਖ ਮੰਤਰੀ ਦੀ ਛਵੀ ਬਿਲਕੁਲ ਖਰਾਬ ਹੋ ਰਹੀ ਹੈ। ਕਿਉਂਕਿ ਲੋਕ ਕਹਿੰਦੇ ਆ ਕਿ ਨਾ ਇਹਦੇ ਤੋਂ MLA ਸੰਭਲ ਰਹੇ ਆ ਤੇ ਨਾ ਹੀ ਇਹਦੇ ਤੋਂ ਜਿਹੜੀ ਇਹਨਾਂ ਦੀ ਪੁਲਿਸ ਸੰਭਲ ਰਹੀ ਹੈ, ਨਾ ਜੇਲ੍ਹਾਂ ਦਾ ਪ੍ਰਸ਼ਾਸਨ ਜਿਹੜਾ ਸੰਭਲ ਰਿਹਾ, ਕਿਉਂਕਿ ਇਹ ਦੋਨੇ ਚੀਜ਼ਾਂ ਮੁੱਖ ਮੰਤਰੀ ਦੀਆਂ। ਭਗਵੰਤ ਮਾਨ ਨੂੰ ਮਾਹੌਲ ਦੇਣਾ ਚਾਹੀਦਾ ਆਪਣੇ MLA ਨੂੰ ਸਹੀ ਕਹਿਣ ਦਾ, ਗਲਤ ਨੂੰ ਗਲਤ ਕਹਿਣ ਦਾ। ਇੱਕ MLA ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਜੇ ਉਹਨੇ ਆਵਾਜ਼ ਚੁੱਕੀ ਕਿ ਭਾਈ ਆਪਾਂ ਇਹ ਵਾਅਦਾ ਕੀਤਾ ਸੀ, ਇਹ ਵਾਅਦਾ ਪੂਰਾ ਕਰ ਦਈਏ, ਕਹਿੰਦੇ ਉਹ MLA ਦੇ ਜਿਹੜੇ ਸਾਰੇ ਦੇ ਸਾਰੇ ਅਫਸਰਾਂ ਨੂੰ ਕਹਿਤਾ ਕਿ ਇਹਦਾ ਨੰਬਰ ਬਲੌਕ ਕਰੋ, ਇਹਦਾ ਕੰਮ ਕੋਈ ਨਹੀਂ ਕਰਨਾ। ਉਹ MLA ਹੁਣ ਕੰਧਾਂ ਨਾਲ ਵੱਜਦਾ ਫਿਰਦਾ ਵਿਚਾਰਾ।
ਆਮ ਆਦਮੀ ਪਾਰਟੀ ਦੇ ਐਮਐਲਏ ਦੇ ਵੱਲੋਂ ਐਸਐਸਪੀ ਨੂੰ ਸਿੱਧੀ ਸ਼ਬਦਾਂ ਦੇ ਵਿੱਚ ਸਖਤ ਚੇਤਾਵਨੀ ਦਿੱਤੀ ਗਈ ਹੈ। ਕਿਸ ਮਾਮਲੇ ਦੇ ਵਿੱਚ ਪੂਰਾ ਮਾਮਲਾ ਕੀ ਹੈ, ਕਿਸ ਵਿਵਾਦ ਨੂੰ ਲੈ ਕੇ ਐਮਐਲਏ ਸਾਹਿਬ ਦੇ ਤੇਵਰ ਚੜੇ ਨੇ, ਉਸ ਬਾਰੇ ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੱਧੂ ਸਾਹਿਬ ਐਮਐਲਏ ਖੰਡੂਰ ਸਾਹਿਬ। ਉਹਨਾਂ ਦੇ ਵੱਲੋਂ ਐਸਐਸਪੀ ਤਰਨਤਾਰਨ ਨੂੰ ਸਖਤ ਸ਼ਬਦਾਂ ਦੇ ਵਿੱਚ ਸਿੱਧੀ ਚੇਤਾਵਨੀ ਆਪਣੇ ਸੋਸ਼ਲ ਅਕਾਊਂਟ ਦੇ ਉੱਪਰ। ਮਾਮਲਾ ਕੀ ਸੀ, ਇਹ ਵਿਵਾਦ ਇੱਥੋਂ ਵਧਿਆ ਕਿਸ ਗੱਲ ਤੋਂ ਲੈ ਕੇ? ਦੇਖੋ ਲਖਵਿੰਦਰ ਜੀ, ਇਹ ਮੈਂ ਜਿਹੜੀ ਆ ਇਹ ਚੇਤਾਵਨੀ ਨਹੀਂ ਕਹੂੰਗਾ, ਇਹਨੂੰ ਮੈਂ ਸਿੱਧੀ ਧਮਕੀ ਹੀ ਕਹੂੰਗਾ। ਇਹ ਜਿਹੜੀ ਐਮਐਲਏ ਸਾਹਿਬ ਨੇ ਇਹ ਜਿਹੜੀ ਪੋਸਟ ਪਾਈ ਆ ਫੇਸਬੁੱਕ ਦੇ ਉੱਪਰ, ਜਿਹਨੂੰ ਤੁਸੀਂ ਚੇਤਾਵਨੀ ਕਹਿ ਰਹੇ ਹੋ, ਚੇਤਾਵਨੀ ਨਹੀਂ, ਇਹ ਇੱਕ ਧਮਕੀ ਦੇ ਰੂਪ ਦੇ ਵਿੱਚ ਲਈ ਜਾ ਸਕਦੀ ਹੈ। ਇਹਨੂੰ ਮੈਂ ਧਮਕੀ ਹੀ ਕਹੂੰਗਾ। ਪਹਿਲਾਂ ਮੈਂ ਇਹ ਦੱਸ ਦਿੰਦਾ ਆਪਣੇ ਦਰਸ਼ਕਾਂ ਨੂੰ ਕਿ ਇਹਨਾਂ ਨੇ ਲਿਖਿਆ ਕੀ ਹੈ। ਇਹ ਕਹਿੰਦੇ ਕਿ ਐਸਐਸਪੀ, ਮੈਂ ਤੇ ਕਿਹਾ ਸੀ ਕਿ ਤੂੰ ਬਸ ਚੋਰਾਂ ਨਾਲ ਹੀ ਰਲਿਆ ਹੋਇਆ, ਪਰ ਹੁਣ ਪਤਾ ਲੱਗਾ ਤੂੰ ਕਾਇਰ ਵੀ ਹੈ। ਬਾਕੀ ਐਸਐਸਪੀ, ਤੂੰ ਰਾਤ ਜੋ ਪੁਲਿਸ ਬਾਰੇ ਫੀਲੇ ਭੇਜੇ ਸੀ, ਉਹਨਾਂ ਨੇ ਜੋ ਮੇਰੇ ਰਿਸ਼ਤੇਦਾਰਾਂ ਨਾਲ ਕੀਤਾ, ਉਸ ਦੇ ਜਵਾਬ ਦੀ ਉਡੀਕ ਕਰੋ। ਹੁਣ ਪਤਾ ਇਹ ਲੱਗ ਰਿਹਾ ਕਿ ਉੱਥੇ ਜਿਹੜੇ ਐਮਐਲਏ ਸਾਹਿਬ ਦੇ ਰਿਸ਼ਤੇਦਾਰ ਹੈ, ਕਿਹਾ ਜਾ ਰਿਹਾ ਕਿ ਉਹਨਾਂ ਦੇ ਜਿਹੜੇ ਭਣਵਈਏ ਸਾਹਿਬ ਨੇ ਐਮਐਲਏ ਸਾਹਿਬ ਦੇ, ਉਹਨਾਂ ਦੇ ਵੱਲੋਂ ਉੱਥੇ ਮਾਈਨਿੰਗ ਕੀਤੀ ਜਾ ਰਹੀ ਸੀ ਔਰ ਕਿਸੇ ਨੇ ਇਤਲਾਹ ਦਿੱਤੀ ਔਰ ਪੁਲਿਸ ਉੱਥੇ ਕਹਿੰਦੇ ਗਈ। ਪੁਲਿਸ ਉੱਥੇ ਗਈ ਤੇ ਉਹਨਾਂ ਨੇ ਉੱਥੋਂ ਮੌਕੇ ਤੋਂ ਟਿੱਪਰ ਵਗੈਰਾ ਹੋਰ ਸਮਾਨ ਵਗੈਰਾ ਮਾਈਨਿੰਗ ਵਾਲਾ ਜਿਹੜਾ ਉਹ ਫੜਿਆ। ਫੜਨ ਤੋਂ ਬਾਅਦ ਜਿਹੜਾ ਉਹ ਪਰਚਾ ਦਿੱਤਾ ਔਰ ਸੀਨੀਅਰ ਅਫਸਰਾਂ ਦੇ ਕਹਿੰਦੇ ਧਿਆਨ ਦੇ ਵਿੱਚ ਇਹ ਸਾਰਾ ਕੁਛ ਹੈ ਨਾ। ਉਸ ਤੋਂ ਬਾਅਦ ਐਮਐਲਏ ਸਾਹਿਬ ਜਿਹੜਾ ਉਹ ਭੜਕ ਗਏ ਨੇ। ਫਿਰ ਅੱਗੇ ਉਹ ਕੀ ਲਿਖਦੇ ਆ, ਕਹਿੰਦੇ ਕਿ ਬਾਕੀ ਤੂੰ ਜੋ ਸੀਆਈਏ ਵਾਲਿਆਂ ਕੋਲ ਰਾਤ ਸੁਨੇਹਾ ਭੇਜਿਆ ਕਿ ਜੇ ਗੈਂਗਸਟਰ ਕਾਰਵਾਈ ਕਰਨ ਐਮਐਲਏ ਤੇ ਕੀ ਕਈ ਪਰਿਵਾਰ ਜਿਹੜੇ ਉਹ ਤਬਾਹ ਹੋ ਜਾਂਦੇ ਆ, ਇਹ ਜੀ ਜਿਹੜੀ ਗੱਲ ਲਿਖ ਰਹੇ ਆ। ਇਹ ਜੋ ਸਾਰੀ ਦੀ ਸਾਰੀ ਸ਼ਬਦਾਵਲੀ ਹੈ, ਇਹ ਜਿਹੜੀ ਇਹ ਧਮਕੀ ਵਾਲੀ ਆ ਔਰ ਇਹ ਸ਼ਬਦਾਵਲੀ ਨੂੰ ਮੈਂ ਐਮਐਲਏ ਦੀ ਨੂੰ ਗੁੰਡਾ ਰੂਪੀ ਸ਼ਬਦਾਵਲੀ ਇੱਕ ਤਰੀਕੇ ਦੇ ਨਾਲ ਕਹੂੰਗਾ, ਕਿਉਂਕਿ ਜਿਸ ਤਰੀਕੇ ਦੇ ਨਾਲ ਧਮਕਾਇਆ ਜਾ ਰਿਹਾ ਐਸਐਸਪੀ ਨੂੰ, ਜੇ ਜ਼ਿਲ੍ਹੇ ਦੇ ਐਸਐਸਪੀ ਨੂੰ ਇਸ ਤਰੀਕੇ ਦੇ ਨਾਲ ਐਮਐਲਏ ਦੇ ਵੱਲੋਂ ਧਮਕਾਇਆ ਜਾ ਰਿਹਾ ਤਾਂ ਫਿਰ ਆਮ ਲੋਕਾਂ ਦਾ ਇਹ ਕੀ ਕਰਦੇ ਹੋਣਗੇ? ਇੱਕ ਥਾਣੇਦਾਰ ਦੇ ਚਪੇੜਾਂ ਮਾਰਤੀਆਂ, ਇੱਕ ਪੱਤਰਕਾਰ ਦੇ ਚਪੇੜਾਂ ਮਾਰਤੀਆਂ, ਇਹ ਆਮ ਬੰਦੇ ਦਾ ਜਿਹੜਾ ਉਹ ਕੀ ਕਰਦੇ ਹੋਣਗੇ? ਔਰ ਦੂਜੇ ਪਾਸੇ ਭਗਵੰਤ ਮਾਨ ਸਾਹਿਬ ਨੂੰ ਵੀ ਇਸ ਚੀਜ਼ ਤੇ ਜਿਹੜਾ ਉਹ ਸਖਤ ਕਾਰਵਾਈ ਜਿਹੜੀ ਉਹ ਕਰਨੀ ਚਾਹੀਦੀ ਹੈ ਕਿ ਭਾਈ ਜੇ ਕੋਈ ਅਫਸਰ ਇੱਕ ਵਧੀਆ ਕੰਮ ਕਰਦਾ ਹੈ, ਜੇ ਉਹਨੇ ਨਹੀਂ ਐਮਐਲਏ ਦਾ ਕੋਈ ਰਿਸ਼ਤੇਦਾਰ ਬਖਸ਼ਿਆ, ਮੌਕੇ ਤੋਂ ਗਲਤ ਕੰਮ ਕਰਦਾ ਫੜ ਲਿਆ, ਤਾਂ ਫਿਰ ਗਲਤ ਇਹਦੇ ਵਿੱਚ ਗੱਲ ਕੀ ਹੈਗੀ ਹੈ? ਔਰ ਦੂਜੇ ਪਾਸੇ ਗੱਲ ਇਹ ਵੀ ਹੈ ਕਿ ਇਹ ਕਈ ਤਰੀਕੇ ਦੇ ਇਲਜ਼ਾਮ ਲਾ ਰਹੇ ਆ। 25-25 ਲੱਖ ਰੁਪਈਆ ਲੈ ਕੇ ਕਹਿੰਦੇ ਕਿ ਐਸਐਸਪੀ ਨੇ ਸੀਆਈਏ ਇੰਚਾਰਜ ਜਿਹੜਾ ਉਹ ਲਾਇਆ, ਰਾਤ ਕਹਿੰਦੇ ਰੱਜ ਕੇ ਮੇਰੇ ਕੋਲ ਇਹ ਗੱਲ ਕਹਿ ਕੇ ਗਿਆ। ਮਤਲਬ ਇਹ ਵੀ ਕੋਈ ਗੱਲ ਮੈਨੂੰ ਮੰਨਣ ਵਾਲੀ ਜਿਹੜੀ ਉਹ ਲੱਗਦੀ ਦਿਖਾਈ ਦਿੰਦੀ ਨਹੀਂ। 25 ਲੱਖ ਲੈ ਕੇ ਸੀਆਈਏ ਇੰਚਾਰਜ ਲਾਉਣ ਵਾਲੀ ਗੱਲ। ਔਰ ਗੱਲ ਇਹ ਵੀ ਹੈ ਕਿ ਉਹ ਗੱਲ ਇਹ ਕਹਿ ਰਹੇ ਆ ਕਿ ਭਾਈ ਪੁਲਿਸ ਜਿਹੜੀ ਹੈ ਉਹ ਇੱਥੇ ਤਰਨਤਾਰਨ ਦੇ ਵਿੱਚ ਬਿਨਾਂ ਪੈਸੇ ਲਏ ਕੰਮ ਨਹੀਂ ਕਰਦੀ। ਸਰਕਾਰ ਤੁਹਾਡੀ ਹੈ ਤਾਂ ਫਿਰ ਕਸੂਰ ਕਿਹਦਾ ਹੈ? ਐਮਐਲਏ ਸਾਹਿਬ ਨੂੰ ਦੱਸਣਾ ਚਾਹੀਦਾ। ਔਰ ਜਿਹੜੇ ਬੰਦਿਆਂ ਤੋਂ ਪੁਲਿਸ ਨੇ ਪੈਸੇ ਲਏ ਆ, ਉਹ ਬੰਦਿਆਂ ਨੂੰ ਅੱਗੇ ਕਰਕੇ ਸ਼ਿਕਾਇਤ ਕਰੋ। ਭਗਵੰਤ ਮਾਨ ਸਾਹਿਬ ਨੇ ਟੋਲ ਫ੍ਰੀ ਨੰਬਰ ਦਿੱਤਾ ਹੋਇਆ, ਉਹ 'ਤੇ ਸ਼ਿਕਾਇਤ ਕਰੋ। ਫਿਰ ਜਾਂਚ ਕਰਾ ਕੇ ਜਿਹੜੇ ਪੈਸੇ ਲੈਂਦੇ ਆ, ਚਾਹੇ ਪੁਲਿਸ ਵਾਲਾ ਜਿਹੜਾ ਮਰਜ਼ੀ, ਉਹਨੂੰ ਟੰਗੋ। ਦੇਰ ਕਿਹੜੀ ਗੱਲ ਦੀ ਆ? ਫਿਰ ਗੁੰਡਾਗਰਦੀ ਕਿਉਂ ਕਰਦੇ ਹੋ? ਸਿੱਧਾ ਪਾਰਟੀ ਫੋਰਮ ਤੇ ਗੱਲ ਰੱਖੋ, ਸੀਨੀਅਰ ਅਧਿਕਾਰੀਆਂ ਦੇ ਨਾਲ, ਮੁੱਖ ਮੰਤਰੀ ਤੱਕ ਗੱਲ ਪਹੁੰਚਾਓ ਕਿ ਭਾਈ ਤੁਸੀਂ ਜਿਹੜੇ ਅਫਸਰ ਲਾਏ ਹੋਏ ਆ ਇੱਥੇ, ਇਹ ਤਾਂ ਇੱਥੇ ਖਰੂਦ ਜਿਹੜਾ ਮਚਾ ਰਹੇ ਆ। ਔਰ ਮੈਂ ਕਹੂੰਗਾ ਗੁੰਡਾਗਰਦੀ ਵਾਲੀ ਗੱਲ ਜਿਹੜੀ ਇੱਥੇ ਨਹੀਂ ਕਰਨੀ ਚਾਹੀਦੀ ਸੀ। ਐਮਐਲਏ ਸਾਹਿਬ ਨੂੰ ਸਾਰੀ ਦੀ ਸਾਰੀ ਗੱਲ ਪਾਰਟੀ ਫੋਰਮ ਤੇ ਮੁੱਖ ਮੰਤਰੀ ਕੋਲੇ, ਡੀਜੀਪੀ ਕੋਲੇ ਰੱਖਣੀ ਚਾਹੀਦੀ ਹੈ ਜਾ ਕੇ। ਔਰ ਦੂਜੇ ਪਾਸੇ ਐਸਐਸਪੀ ਇਹ ਗੱਲ ਕਹਿ ਰਿਹਾ ਕਿ ਭਾਈ ਮੈਂ ਜਿਹੜੀ ਕਾਰਵਾਈ ਕੀਤੀ ਹੈ ਬਿਲਕੁਲ ਸਹੀ ਕੀਤੀ ਹੈ। ਜਿੱਥੇ ਮਰਜ਼ੀ ਮੇਰੀ ਸ਼ਿਕਾਇਤ ਕਰ ਦੇਣ ਜਾ ਕੇ, ਜਿੱਥੋਂ ਮੇਰੀ ਜਾਂਚ ਕਰਾਉਣੀ ਆ ਉਹ ਮੇਰੀ ਜਾਂਚ ਕਰਾ ਲੈਣ, ਮੈਨੂੰ ਕੋਈ ਦਿੱਕਤ ਨਹੀਂ। ਮੈਂ ਸਹੀ ਕੰਮ ਜਿਹੜਾ ਉਹ ਕੀਤਾ ਹੈਗਾ। ਔਰ ਦੂਜੇ ਪਾਸੇ ਐਸਐਸਪੀ ਜਿਹੜੇ ਗੁਰਮੀਤ ਚੌਹਾਨ ਨੇ, ਉਹਨਾਂ ਦੇ ਬਾਰੇ ਕਹਿੰਦੇ ਚੰਗੀ ਛਵੀ ਹੈ ਉਹਨਾਂ ਦੀ ਔਰ ਚੰਗਾ ਕੰਮਕਾਜ ਜਿਹੜਾ ਉਹ ਕਰਦੇ ਰਹੇ ਆ। ਗੈਂਗਸਟਰਵਾਦ ਦੇ ਖਿਲਾਫ ਵੀ ਜਿਹੜੀਆਂ ਉਹਨਾਂ ਦੀਆਂ ਚੰਗੀਆਂ ਕਾਰਵਾਈਆਂ ਉਹ ਹੈਗੀਆਂ ਨੇ। ਮੈਨੂੰ ਇੰਝ ਲੱਗਦਾ ਕਿ ਜੇ ਤੁਸੀਂ ਪਿਛਲੀਆਂ ਕੋਈ ਪੋਸਟਾਂ ਵੀ ਪੜ੍ਹਦੇ ਹੋ ਨਾ ਐਮਐਲਏ ਸਾਹਿਬ ਦੀਆਂ, ਤਾਂ ਮੈਨੂੰ ਲੱਗਦਾ ਕਿ ਉਹਦੇ ਵਿੱਚ ਇੱਕ ਉਹ ਐਮਐਲਏ ਬਣਨ ਦੀ ਕੋਸ਼ਿਸ਼ ਕਰਦੇ ਆ ਜਿਹੜੇ ਪਿਛਲੀਆਂ ਅਕਾਲੀ ਕਾਂਗਰਸ ਦੀਆਂ ਸਰਕਾਰਾਂ ਮੌਕੇ ਐਮਐਲਏ ਹੁੰਦੇ ਸੀਗੇ, ਜਿਹੜੇ ਆਪਦੇ ਆਪ ਨੂੰ ਲੋਕਾਂ ਦੇ ਵਿੱਚ ਘੈਂਟ ਬਣਦੇ ਹੁੰਦੇ ਸੀਗੇ, ਜਿਹੜੇ ਅਫਸਰਾਂ ਨੂੰ ਪੁੱਠਾ ਬੋਲਦੇ ਹੁੰਦੇ ਸੀਗੇ, ਜਿਹੜੇ ਦਿਖਾਉਂਦੇ ਹੁੰਦੇ ਸੀ ਕਿ ਅਸੀਂ ਅਫਸਰਾਂ ਤੋਂ ਡੰਡੇ ਦੇ ਜ਼ੋਰ ਤੇ ਕੰਮ ਕਰਾਉਂਦੇ ਆ। ਉਹੋ ਜਿਹੀਆਂ ਪੋਸਟਾਂ ਪਿਛਲੇ ਦਿਨਾਂ ਦੇ ਵਿੱਚ, ਉਹੋ ਜਿਹੀਆਂ ਸ਼ਬਦਾਵਲੀ ਉਹਨਾਂ ਦੀਆਂ ਪੋਸਟਾਂ ਦੇ ਵਿੱਚ ਦੇਖਣ ਨੂੰ ਐਮਐਲਏ ਦੀ ਮਿਲੀ ਹੈ ਲਖਵਿੰਦਰ ਜੀ। ਔਰ ਮੈਨੂੰ ਲੱਗਦਾ ਕਿ ਇਹ ਸਾਰੇ ਹੀ ਕਾਰਵਾਈ ਦੇ ਉੱਪਰ, ਐਮਐਲਏ ਦੀ ਕਾਰਵਾਈ ਦੇ ਉੱਪਰ, ਐਸਐਸਪੀ ਦੀ ਕਾਰਵਾਈ ਦੇ ਉੱਪਰ ਮੁੱਖ ਮੰਤਰੀ ਨੂੰ ਸਖਤ ਸਟੈਂਡ ਲੈਣਾ ਚਾਹੀਦਾ, ਕਿਉਂਕਿ ਮੁੱਖ ਮੰਤਰੀ ਗ੍ਰਹਿ ਮੰਤਰੀ ਨੇ। ਔਰ ਗ੍ਰਹਿ ਮੰਤਰੀ ਹੁੰਦਿਆਂ ਜੇ ਐਸਐਸਪੀ ਦੇ ਉੱਪਰ ਤੁਹਾਡਾ ਐਮਐਲਏ ਜਿਹੜਾ ਸਵਾਲ ਚੁੱਕ ਰਿਹਾ, ਤਾਂ ਉਹਦੇ ਤੇ ਕੋਈ ਨਾ ਕੋਈ ਜਿਹੜਾ ਤੁਹਾਨੂੰ ਸਟੈਂਡ ਲੈਣਾ ਚਾਹੀਦਾ ਔਰ ਉਹਦੀ ਘੋਖ ਪੜਤਾਲ ਜਿਹੜੀ ਉਹ ਕਰਨੀ ਚਾਹੀਦੀ ਹੈ।
ਔਰ ਦੂਜੇ ਪਾਸੇ ਜੇ ਤੁਹਾਡਾ ਐਸਐਸਪੀ ਸਹੀ ਹੈ ਤਾਂ ਫਿਰ ਐਮਐਲਏ ਦੀ ਕਾਰਵਾਈ ਜਿਹੜੀ ਉਹ ਤੇ ਕਰਨੀ ਚਾਹੀਦੀ ਹੈ ਔਰ ਐਮਐਲਏ ਦੀ ਵੀ ਜਿਹੜੀ ਜਾਂਚ ਹੋਣੀ ਚਾਹੀਦੀ ਹੈ, ਕਿਉਂਕਿ ਦੋਵੇਂ ਹੀ ਮੁੱਖ ਮੰਤਰੀ ਦੇ ਅੰਡਰ ਆਉਂਦੇ ਹੈਗੇ ਆ। ਭਗਵੰਤ ਮਾਨ ਦੇ ਦੋਵੇਂ ਹੀ ਅੰਡਰ ਆਉਂਦੇ ਆ, ਐਮਐਲਏ ਤਾਂ ਉਹਦੇ ਅੰਡਰ ਹੈ ਹੀ ਹੈ, ਦੂਜੇ ਪਾਸੇ ਭਗਵੰਤ ਮਾਨ ਗ੍ਰਹਿ ਮੰਤਰੀ ਨੇ, ਐਸਐਸਪੀ ਵੀ ਉਹਦੇ ਜਿਹੜਾ ਅੰਡਰ ਹੈਗਾ, ਤੇ ਉਹ ਕੁੱਖ ਪੜਤਾਲ ਕਰਨ ਕੋਈ ਐਸਐਸਪੀ ਸਹੀ ਹੈ ਜਾਂ ਐਮਐਲਏ ਸਹੀ ਹੈ, ਉਹ ਫਿਰ ਦੱਸਣ ਲੋਕਾਂ ਨੂੰ, ਔਰ ਜਿਹੜਾ ਬੰਦਾ ਗਲਤ ਆ ਉਹਦੇ ਵਿੱਚ ਫਿਰ ਦੱਸਣ। ਤੇ ਪਰ ਸਰ ਐਮਐਲਏ ਦਾ ਸਰ ਇਹ ਕਹਿ ਰਹੇ ਨੇ ਵੀ ਜਿਹੜਾ ਹੀ ਉੱਥੋਂ ਜਾ ਕੇ ਇਹਨਾਂ ਨੂੰ ਅਰੈਸਟ ਕੀਤਾ ਗਾ, ਰਾਉਂਡ ਅਪ ਕੀਤਾ 8-9 ਬੰਦਿਆਂ ਨੂੰ ਜਿਸ ਮੌਕੇ ਦੇ ਉੱਪਰੋਂ, ਉੱਥੇ ਤਾਂ ਕਹਿੰਦੇ ਮਾਈਨਿੰਗ ਹੁੰਦੀ ਹੋ ਨਹੀਂ, ਉੱਥੋਂ ਤਾਂ ਪੱਸਰ ਨਿਕਲਦੀ ਹੈ, ਮਿੱਟੀ ਨਿਕਲਦੀ ਹੈ। ਫਿਰ ਜੇਕਰ ਪੱਸਰ ਨਿਕਲਦੀ ਹੈ ਉੱਥੇ ਇਹ ਵੀ ਕਹਿ ਰਹੇ ਨੇ ਮਸ਼ੀਨਰੀ ਫੜੀ ਗਈ, ਟਿੱਪਰ ਵੀ ਫੜੇ ਗਏ ਨੇ, ਕਿ ਇਹ ਪੱਸਰ ਕੱਢਣ ਵਾਸਤੇ ਵੀ ਰਾਤ ਨੂੰ ਟਿੱਪਰ ਚੱਲਦੇ ਹੋਣ। ਲਖਵਿੰਦਰ ਜੀ, ਉਹ ਐਮਐਲਏ ਸਾਹਿਬ ਦੀ ਬਿਲਕੁਲ ਗੱਲ ਠੀਕ ਹੈ, ਉਹ ਗੱਲ ਆਪਦੀ ਜਿਹੜੀ ਆ ਉਹਨਾਂ ਨੂੰ ਰੱਖਣੀ ਚਾਹੀਦੀ ਆ, ਪਰ ਮੈਂ ਇਹ ਕਹਿਣਾ ਹੈ ਕਿ ਜੇ ਗਲਤ ਕੀਤਾ ਐਸਐਸਪੀ ਨੇ ਤਾਂ ਆਪਣੇ ਮੁੱਖ ਮੰਤਰੀ ਕੋਲੇ ਗੱਲ ਕਰੋ, ਆਪਣੀ ਪਾਰਟੀ 'ਚ ਗੱਲ ਕਰੋ, ਆਪਣੇ ਕਿਸੇ ਸੰਬੰਧਿਤ ਅਧਿਕਾਰੀ ਦੇ ਨਾਲ, ਉੱਚ ਅਧਿਕਾਰੀਆਂ ਦੇ ਨਾਲ ਸ਼ਿਕਾਇਤ ਦਿਓ, ਜੇ ਕੋਈ ਪੈਸੇ ਲੈਂਦਾ ਉਹਦੀ ਵੀ ਸ਼ਿਕਾਇਤ ਜਿਹੜੀ ਆ ਦਿਓ ਔਰ ਕਾਰਵਾਈ ਵੀ ਕਰਾਓ। ਪਰ ਇਹ ਤੁਸੀਂ ਗੁੰਡਾ ਸ਼ਬਦਾਵਲੀ ਲਿਖੋ, ਮੈਨੂੰ ਲੱਗਦਾ ਕਿ ਇਹ ਬਹੁਤ ਮਾੜੀ ਗੱਲ ਹੈ, ਕਿਉਂਕਿ ਐਮਐਲਏ ਨੂੰ ਅਸੀਂ ਇਹ ਨਹੀਂ ਕਹਿ ਸਕਦੇ। ਜੇ ਦੇਖੋ, ਪੁਲਿਸ ਨੂੰ ਬਹੁਤ ਸਾਰੇ ਲੋਕ ਜਿਹੜਾ ਉਹ ਮਾੜਾ ਕਹਿੰਦੇ ਆ, ਔਰ ਪੁਲਿਸ ਦੇ ਵਿੱਚ ਕਾਲੀਆਂ ਭੇਡਾਂ ਹੈਗੀਆਂ ਵੀ ਨੇ, ਔਰ ਕਈ ਕਾਲੀਆਂ ਭੇਡਾਂ ਦੇ ਖਿਲਾਫ ਸਾਡੇ ਕੋਲ ਸਬੂਤ ਵੀ ਹੈਗੇ ਆ, ਜਿਹੜੇ ਸਾਨੂੰ ਵੀ ਖਬਰਾਂ ਲਾਉਣ ਦੇ ਕਰਕੇ ਤੰਗ ਪਰੇਸ਼ਾਨ ਜਿਹੜੇ ਉਹ ਕਰਦੇ, ਉਹਨਾਂ ਨੂੰ ਸਬੂਤ ਰੱਖੇ ਹੋਏ ਆ, ਜਦੋਂ ਲੋੜ ਪਊਗੀ ਅਸੀਂ ਕੱਢ ਕੇ ਦੇਵਾਂਗੇ। ਔਰ ਉਹ ਐਸਐਸਪੀ ਤੱਕ ਦੀਆਂ ਪੋਸਟਾਂ ਤੇ ਬੈਠੇ ਹੋਏ ਆ ਜਿਹੜੇ ਬੰਦੇ ਹੈਗੇ ਆ ਕਾਲੀਆਂ ਭੇਡਾਂ। ਪਰ ਮੈਂ ਇਹ ਕਹਿਣਾ ਕਿ ਨਾ ਅਸੀਂ ਐਸਐਸਪੀ ਦਾ ਪੱਖ ਹੈ, ਨਾ ਸਾਡਾ ਜਿਹੜਾ ਉਹ ਐਮਐਲਏ ਦਾ ਪੱਖ ਹੈ। ਮੈਂ ਇਹ ਕਹਿਣਾ ਕਿ ਦੋਵੇਂ ਦੇ ਦੋਵੇਂ ਬੰਦੇ ਐਮਐਲਏ ਔਰ ਐਸਐਸਪੀ ਮੁੱਖ ਮੰਤਰੀ ਸਾਹਿਬ ਦੇ ਅੰਡਰ ਆਉਂਦੇ ਆ, ਔਰ ਦੱਸਣਾ ਚਾਹੀਦਾ ਹੈ ਕਿ ਕੌਣ ਗੁੰਡਾਗਰਦੀ ਕਰ ਰਿਹਾ, ਐਮਐਲਏ ਗੁੰਡਾਗਰਦੀ ਕਰ ਰਹੇ ਆ ਇਹਨਾਂ ਦੇ, ਜਾਂ ਫਿਰ ਪੁਲਿਸ ਗੁੰਡਾਗਰਦੀ ਕਰ ਰਹੀ ਹੈ। ਕਈ ਥਾਵਾਂ ਤੇ ਐਮਐਲਏ ਗੁੰਡਾਗਰਦੀ ਕਰ ਰਹੇ ਨੇ, ਘਟਨਾਵਾਂ ਸਾਹਮਣੇ ਆਈਆਂ, ਜਿਹੜਾ ਕਿਤੇ ਥਾਣੇਦਾਰ ਕੁੱਟਤਾ, ਪੱਤਰਕਾਰ ਕੁੱਟਤਾ, ਜਾਂ ਹੋਰ ਗੱਲਾਂ ਸਾਹਮਣੇ ਆ ਗਈਆਂ। ਕਈ ਥਾਵਾਂ ਦੇ ਉੱਪਰ ਇਹਨਾਂ ਦੀਆਂ ਪੁਲਿਸ ਦੀਆਂ ਵੀ ਗੁੰਡਾਗਰਦੀਆਂ ਜਿਹੜੀਆਂ ਸਾਹਮਣੇ ਆਈਆਂ ਨੇ, ਔਰ ਦੋਵੇਂ ਜਾਨੀ ਕਿ ਇੱਕੋ ਥਾਲੀ ਤੇ ਚੱਟੇ ਬੱਟੇ ਹੈਗੇ ਆ। ਸਿੱਧੂ ਸਾਹਿਬ ਇੱਕ ਉਹਨਾਂ ਦੀ ਵਰਡਿੰਗ ਹੈਗੀ, ਮੈਂ ਪੋਸਟ ਦੇਖੀ ਸੀ, ਉਹਦੇ ਵਿੱਚੋਂ ਕਹਿ ਰਹੇ ਨੇ ਵੀ ਭਾਈ ਤੂੰ ਆਪਣੀ ਕੁਰਸੀ ਨੂੰ ਲਾਂਭੇ ਕਰ ਜਰਾ, ਮੈਂ ਕੁਰਸੀ ਲਾਂਭੇ ਕਰਦਾ, ਤੂੰ ਆਪਣੀ ਵਰਦੀ ਲਾਂਭੇ ਕਰ, ਫਿਰ ਦੇਖਦੇ ਆ ਇਹਦਾ ਕੀ ਮਤਲਬ ਹੈ। ਐਮਐਲਏ ਸਾਹਿਬ ਨੂੰ ਇਹ ਗੱਲ ਦਾ ਨਹੀਂ ਪਤਾ ਵੀ ਇਹ ਜਿਹੜੀ ਧਮਕੀ ਦਿੱਤੀ ਹੈ, ਪਰਚਾ ਇਹਦਾ ਵੀ ਬਣ ਜਾਣਾ ਵਾ। ਬਾਅਦ ਚੋਂ ਐਮਐਲਏ ਸਾਹਿਬ ਨੇ ਤਾਂ ਠਾ ਝਾਕਣਾ, ਜਿਹੜੀ ਇਹ ਧਮਕੀ ਦਿੱਤੀ ਗਈ ਹੈ ਸੋਸ਼ਲ ਮੀਡੀਆ ਦੇ ਉੱਪਰ, ਪਰਚਾ ਇਹਦਾ ਵੀ ਬਣਦਾ। ਐਮਐਲਏ ਸਾਹਿਬ ਨੂੰ ਸ਼ਾਇਦ ਇਹ ਗੱਲ ਦਾ ਪਤਾ ਨਹੀਂ, ਉਹ ਮੈਨੂੰ ਲੱਗਦਾ ਘੈਂਟ ਬਣਨ ਦੇ ਚੱਕਰ 'ਚ ਇਹੋ ਜਿਹੀਆਂ ਪੋਸਟਾਂ ਜਿਹੜੀਆਂ ਉਹ ਪਾਈ ਜਾਂਦੇ ਆ। ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਔਰ ਚੁਣੇ ਹੋਏ ਬੰਦੇ ਹੋ ਤੁਸੀਂ, ਕਾਨੂੰਨ ਦੇ ਘਾੜੇ ਹੁੰਦੇ ਆ ਐਮਐਲਏ, ਕਾਨੂੰਨ ਦੇ ਘਾੜੇ, ਤੇ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਾਉਣੀ ਚਾਹੀਦੀ ਹੈ, ਚਾਹੇ ਉਹ ਕਿਸੇ ਹੋਰ ਤੇ ਕਰਾਉਣੀ ਹੈ, ਚਾਹੇ ਉਹ ਪੁਲਿਸ ਤੇ ਕਰਾਉਣੀ ਹੈ। ਤੇ ਜੇ ਖੁਦ ਹੀ ਗੁੰਡਾਗਰਦੀ ਕਰਨ ਲੱਗ ਜਾਣਗੇ ਐਮਐਲਏ ਇਸ ਤਰੀਕੇ ਦੇ ਨਾਲ ਕਿ ਵਰਦੀ ਲਾ ਦੇ, ਮੈਂ ਐਮਐਲਏ ਦੀ ਕੁਰਸੀ ਜੇ ਸਾਈਡ ਤੇ ਰੱਖਣੀ ਸੀ, ਐਮਐਲਏ ਬਣਿਆ ਕਾਹਦੇ ਲਈ ਸੀ? ਫਿਰ ਗੁੰਡਾਗਰਦੀ ਆਈ ਪੁਲਿਸ ਨੂੰ ਠੀਕ ਕਰ ਲੈਂਦਾ, ਐਮਐਲਏ ਸਾਹਿਬ ਇਸ ਤਰੀਕੇ ਨਾਲ ਹੀ ਠੀਕ ਕਰ ਲੈਂਦੇ। ਫਿਰ ਇਹ ਮੈਨੂੰ ਲੱਗਦਾ ਕਿ ਬਹੁਤ ਜ਼ਿਆਦਾ ਸਵਾਲ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨੇ, ਕਿਉਂਕਿ ਐਮਐਲਏ ਵੀ ਉਹਨਾਂ, ਪੁਲਿਸ ਵੀ ਉਹਨਾਂ ਦਾ, ਔਰ ਮੁੱਖ ਮੰਤਰੀ ਨੂੰ ਜਿਹੜਾ ਇਸ 'ਤੇ ਮੈਨੂੰ ਲੱਗਦਾ ਕਿ ਪੂਰਾ ਸਟੈਂਡ ਲੈਣਾ ਚਾਹੀਦਾ ਹੈ, ਕਿਉਂਕਿ ਇਹਦੇ ਨਾਲ ਜਿਹੜੀ ਸਰਕਾਰ ਦੀ ਔਰ ਮੁੱਖ ਮੰਤਰੀ ਦੀ ਛਵੀ ਬਿਲਕੁਲ ਖਰਾਬ ਹੋ ਰਹੀ ਹੈ। ਕਿਉਂਕਿ ਲੋਕ ਕਹਿੰਦੇ ਆ ਕਿ ਨਾ ਇਹਦੇ ਤੋਂ ਐਮਐਲਏ ਸੰਭਲ ਰਹੇ ਆ, ਤੇ ਨਾ ਹੀ ਇਹਦੇ ਤੋਂ ਜਿਹੜੀ ਇਹਨਾਂ ਦੀ ਪੁਲਿਸ ਸੰਭਲ ਰਹੀ ਹੈ, ਨਾ ਜੇਲ੍ਹਾਂ ਦਾ ਪ੍ਰਸ਼ਾਸਨ ਜਿਹੜਾ ਸੰਭਲ ਰਿਹਾ, ਕਿਉਂਕਿ ਇਹ ਦੋਨੇ ਚੀਜ਼ਾਂ ਮੁੱਖ ਮੰਤਰੀ ਦੇ ਅੰਡਰ ਨੇ, ਔਰ ਮੁੱਖ ਮੰਤਰੀ ਨੂੰ ਆਪਣੀ ਕਾਬਲੀਅਤ ਜਿਹੜੀ ਦਿਖਾਉਣੀ ਚਾਹੀਦੀ ਹੈ। ਸੋ ਐਮਐਲਏ ਸਾਹਿਬ ਇਲਜ਼ਾਮ ਇਹ ਵੀ ਲਗਾਉਂਦੇ ਵੀ ਐਸਐਸਪੀ ਨਿੱਜੀ ਰੰਜਿਸ਼ ਕੱਢ ਰਹੇ ਨੇਗੇ। ਕਹਿੰਦੇ ਵੀ ਜਦੋਂ ਉਹਨਾਂ ਦੇ ਜੋ ਭਣਵਈਏ ਦੀ ਗੱਲ ਕੀਤੀ ਹੈ, ਨਿਸ਼ਾਨ ਸਿੰਘ ਨਾਮ ਦੱਸਿਆ ਗਿਆ ਉਹਨਾਂ ਦਾ, ਵੀ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ। ਕਹਿੰਦੇ ਚਲੋ ਮਾਈਨਿੰਗ ਅਸੀਂ ਇੱਕ ਪਾਸੇ ਮੰਨ ਲੈਂਦੇ ਵੀ ਉੱਥੇ ਮਾਈਨਿੰਗ ਹੋ ਰਹੀ ਸੀ, ਲੇਕਿਨ ਮਾਈਨਿੰਗ ਦੇ ਵਿੱਚ ਕੁੱਟਮਾਰ ਤਾਂ ਕਹਿੰਦੇ ਅਜੇ ਤੱਕ ਕਦੇ ਸੁਣੀ ਹੋਣੀ। ਠੀਕ ਆ, ਫੜੇ ਗਏ ਬੰਦੇ, ਉਹਨਾਂ ਤੇ ਪਰਚਾ ਦਿਓ। ਤੇ ਉਹ ਪਰ ਇਹ ਵੀ ਕਹਿ ਰਹੇ ਨੇ ਵੀ ਨਿੱਜੀ ਰੰਜਿਸ਼ ਹੈ, ਕਿਉਂਕਿ ਮੇਰੀ ਪੋਸਟ ਤੋਂ ਬਾਅਦ ਮੈਂ ਐਸਐਸਪੀ ਸਾਹਿਬ ਦਾ ਵਿੱਚ ਨਾਮ ਜ਼ਿਕਰ ਕੀਤਾ ਸੀਗਾ ਵੀ ਐਸਐਸਪੀ ਵੀ ਜੇਕਰ ਨਹੀਂ ਕੰਟਰੋਲ ਕਰ ਸਕਦਾ ਤਾਂ ਬੜੀ ਦੁੱਖ ਦੀ ਗੱਲ ਹੈ। ਮੈਂ ਵੀ ਪੋਸਟ 'ਚ ਵੀ ਉਹਦਾ ਗੁੱਸਾ ਮਨਾ ਕੇ ਮੇਰੇ ਨਾਲ ਨਿੱਜੀ ਰੰਜਿਸ਼ ਕੱਢ ਕੇ ਮੇਰੇ ਪਰਿਵਾਰਕ ਮੈਂਬਰਾਂ ਨੂੰ ਹੁਣ ਨੁਕਸਾਨ ਪਹੁੰਚਾਉਣ ਦੀ ਨੀਅਤ ਦੇ ਨਾਲ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਕਿਵੇਂ ਦੇਖ ਰਹੇ ਹੋ ਇਸ ਬਿਆਨ ਨੂੰ? ਫਿਰ ਨਹੀਂ, ਤੇ ਫਿਰ ਇਸ ਬਿਆਨ ਤੇ ਵੀ ਜਿਹੜੀ ਸਰਕਾਰ ਘਿਰਦੀ ਹੈ, ਜੇ ਐਮਐਲਏਆਂ ਦੇ ਪਰਿਵਾਰ ਜਿਹੜੇ ਉਹ ਸੁਰੱਖਿਅਤ ਨਹੀਂ, ਜੇ ਐਮਐਲਏ ਹੀ ਸੁਰੱਖਿਅਤ ਨਹੀਂ, ਤਾਂ ਫਿਰ ਜੇ ਐਮਐਲਏ ਨਹੀਂ ਆਵਾਜ਼ ਇਸ ਸਰਕਾਰ ਦੇ ਵਿੱਚ ਚੁੱਕ ਸਕਦੇ, ਜੇ ਪੱਤਰਕਾਰ ਨਹੀਂ ਸਵਾਲ ਜਿਹੜੇ ਇਸ ਸਰਕਾਰ ਦੇ ਵਿੱਚ ਚੁੱਕ ਸਕਦੇ, ਤਾਂ ਫਿਰ ਆਮ ਬੰਦਾ ਜਿਹੜੀ ਕਿੱਥੇ ਇਹਨਾਂ ਦੀ ਸਰਕਾਰ ਦੇ ਖਿਲਾਫ ਜਿਹੜੀ ਆਵਾਜ਼ ਚੁੱਕ ਲੂਗਾ? ਫਿਰ ਇਹ ਤਾਂ ਹੋਰ ਜਿਹੜੀ ਸਰਕਾਰ ਔਰ ਭਗਵੰਤ ਮਾਨ ਜਿਹੜੇ ਘਿਰਦੇ ਹੈਗੇ, ਭਗਵੰਤ ਮਾਨ ਨੂੰ ਮਾਹੌਲ ਦੇਣਾ ਚਾਹੀਦਾ ਆਪਣੇ ਐਮਐਲਏਆਂ ਨੂੰ, ਸਹੀ ਨੂੰ ਸਹੀ ਕਹਿਣ ਦਾ, ਗਲਤ ਨੂੰ ਗਲਤ ਕਹਿਣ ਦਾ। ਇੱਕ ਐਮਐਲਏ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਜੇ ਉਹਨੇ ਆਵਾਜ਼ ਚੁੱਕੀ ਕਿ ਭਾਈ ਆਪਾਂ ਇਹ ਵਾਅਦਾ ਕੀਤਾ ਸੀ, ਇਹ ਵਾਅਦਾ ਪੂਰਾ ਕਰ ਦਈਏ, ਕਹਿੰਦੇ ਉਹ ਐਮਐਲਏ ਦੇ ਜਿਹੜੇ ਸਾਰੇ ਦੇ ਸਾਰੇ ਅਫਸਰਾਂ ਨੂੰ ਕਹਿਤਾ ਕਿ ਇਹਦਾ ਨੰਬਰ ਬਲੌਕ ਕਰੋ, ਇਹਦਾ ਕੰਮ ਕੋਈ ਨਹੀਂ ਕਰਨਾ। ਉਹ ਐਮਐਲਏ ਹੁਣ ਕੰਧਾਂ ਨਾਲ ਵੱਜਦਾ ਫਿਰਦਾ ਵਿਚਾਰਾ, ਉਹ ਵੀ ਕਹਿੰਦਾ ਹੋਣਾ ਮੈਂ ਕਿਤੇ ਜਿਹੜੀ ਇਹ ਗੱਲ ਕਹਿਤੀ ਆ, ਵਾਅਦਾ ਚੇਤਾ ਕਰਾਤਾ।
ਪਰ ਹੁਣ ਮੈਨੂੰ ਲੱਗਦਾ ਕਿ ਮਾਹੌਲ ਆਮ ਆਦਮੀ ਪਾਰਟੀ ਦੇ ਵਿੱਚ ਨਹੀਂ ਹੈ ਆਵਾਜ਼ ਚੁੱਕਣ ਦਾ, ਔਰ ਸਿਰਫ ਡੰਮੀ ਐਮਐਲਏ ਜਿਹੜੇ ਤੁਰੇ ਫਿਰਦੇ ਆ, ਇਹ ਐਮਐਲਏ ਨਾਮ ਦੇ ਹੀ ਆ, ਇਹਨਾਂ ਦੇ ਪੱਲੇ ਥੱਲੇ ਮੈਨੂੰ ਲੱਗਦਾ ਕੱਖ ਨਹੀਂ। ਔਰ ਜਿਸ ਤਰੀਕੇ ਦੇ ਉਹ ਘੈਂਟ ਬਣਨ ਦੀ ਕੋਸ਼ਿਸ਼ ਕਰ ਰਹੇ ਆ, ਔਰ ਉਹੋ ਜਿਹਾ ਮਾਹੌਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਐਮਐਲਏ ਨੂੰ ਨਹੀਂ ਦਿੱਤਾ ਜਾ ਰਿਹਾ। ਔਰ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਨੂੰ ਇਸ ਪੂਰੇ ਵਿਸ਼ੇ ਦੀ ਜਿਹੜੀ ਆ ਉਹ ਜਾਂਚ ਪੜਤਾਲ ਕਰਨੀ ਚਾਹੀਦੀ ਹੈ, ਕਿਉਂਕਿ ਦੋਵੇਂ ਉਹਨਾਂ ਦੇ ਅੰਡਰ ਹੈ, ਐਸਐਸਪੀ ਵੀ ਔਰ ਐਮਐਲਏ ਵੀ। ਔਰ ਐਸਐਸਪੀ ਤਾਂ ਬੜੇ ਦਾਅਵੇ ਦੇ ਨਾਲ ਹੀ ਗੱਲ ਕਹਿ ਰਹੇ ਆ ਕਿ ਭਾਈ ਮੇਰੀ ਜਿੱਥੇ ਮਰਜ਼ੀ ਜਾਂਚ ਕਰਾ ਲਓ, ਮੇਰੇ ਜਿੱਥੇ ਮਰਜ਼ੀ ਸ਼ਿਕਾਇਤ ਕਰ ਦਿਓ, ਮੈਂ ਸੱਚਾ ਵਾਂ ਤੇ ਜਿੱਥੇ ਮਰਜ਼ੀ ਮੇਰੀ ਜਾਂਚ ਜਿਹੜੀ ਆ ਕਰਵਾ ਲਓ। ਇਹ ਤਾਂ ਦਾਅਵੇ ਨਾਲ ਹੀ ਗੱਲ ਕਹਿ ਰਹੇ ਆ। ਧੰਨਵਾਦ ਸਿੱਧੂ ਸਾਹਿਬ। ਸੋ ਇੱਕ ਵੱਡਾ ਵਿਵਾਦ ਜਿਸ ਨੂੰ ਇੱਕ ਪਾਸੇ ਐਸਐਸਪੀ ਸਾਹਿਬ ਡਿਨਾਈ ਕਰਦੇ ਨੇ ਵੀ ਮੈਂ ਹਰ ਇੱਕ ਜਾਂਚ ਲਈ ਬਿਲਕੁਲ ਤਿਆਰ ਹਾਂ, ਮੈਂ ਜੋ ਕਾਰਵਾਈ ਪੁਲਿਸ ਵੱਲੋਂ ਕੀਤੀ ਗਈ ਹੈ ਉਹ ਬਿਲਕੁਲ ਸਹੀ ਹੈ, ਤੇ ਦੂਸਰੇ ਪਾਸੇ ਮੌਜੂਦਾ ਐਮਐਲਏ ਵੱਡਾ ਇਲਜ਼ਾਮ ਲਗਾ ਰਹੇ ਨੇ, ਧਮਕੀ ਦੇ ਰਹੇ ਨੇ ਸਿੱਧੀ ਐਸਐਸਪੀ ਨੂੰ ਵੀ ਜਾਣ ਬੁੱਝ ਕੇ ਉਹਨਾਂ ਦੇ ਪਰਿਵਾਰ ਨੂੰ ਨਿੱਜੀ ਰੰਜਿਸ਼ ਕੱਢਣ ਦੇ ਲਈ, ਐਮਐਲਏ ਦੇ ਨਾਲ ਨਿੱਜੀ ਰੰਜਿਸ਼ ਕੱਢਣ ਦੇ ਲਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ, ਝੂਠੇ ਪਰਚੇ ਦਿੱਤੇ ਜਾ ਰਹੇ ਨੇ। ਸੋ ਹੁਣ ਇਹ ਮਾਨ ਸਾਹਿਬ ਦੇਖਣਗੇ, ਸਰਕਾਰ ਦੇਖੇਗੀ, ਕਿਉਂਕਿ ਇਸ ਵਿਵਾਦ ਨੂੰ ਹੋਰ ਜ਼ਿਆਦਾ ਤੂਲ ਮੇਰੇ, ਵਿਵਾਦ ਹੋਰ ਅੱਗੇ ਵਧੇ, ਇਸ ਬਾਰੇ ਨਿਰਪੱਖ ਜਾਂਚ ਕਰਾ ਲੈਣੀ ਚਾਹੀਦੀ ਹੈ ਕਿ ਆਖਰ ਗਲਤੀ ਐਮਐਲਏ ਸਾਹਿਬ ਦੀ ਹੈ ਜਾਂ ਐਸਐਸਪੀ ਸਾਹਿਬ ਦੀ ਹੈ, ਤੇ ਜਿਸ ਦੀ ਵੀ ਗਲਤੀ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਕਰ ਦੇਣੀ ਚਾਹੀਦੀ ਹੈ। ਸੋ ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰੋਜ਼ਾਨਾ ਲੋਕਨਾਥ ਟੀਵੀ ਦੇ ਨਾਲ।